जय हिंद एंड अ वेरी वार्म वेलकम टू पंजाब सक्सेस मंत्रा। ਅੱਜ ਦੇ ਸੈਸ਼ਨ ਵਿੱਚ ਅਸੀਂ ਡਿਸਕਸ ਕਰਾਂਗੇ ਇਕਨੋਮੀ ਸੈਕਸ਼ਨ ਤੋਂ ਰਿਲੇਟਡ 10 ਐਮਸੀਕਿਊ ਜਿਹੜੇ ਕਿ ਤੁਹਾਡੇ ਪੀਸੀਐਸ ਐਗਜ਼ਾਮ ਲਈ ਰੈਲੇਵੈਂਟ ਹੋ ਸਕਦੇ ਨੇ। ਸੋ ਲੈਟਸ ਬਿਗਿਨ ਦ ਡਿਸਕਸ਼ਨ। ਪਹਿਲਾ ਜਿਹੜਾ ਹੈ ਉਸ ਤੋਂ ਪਹਿਲਾਂ ਇੱਕ ਵਾਰੀ ਵੀਕਲੀ ਸ਼ਡਿਊਲ ਤੁਸੀਂ ਦੇਖ ਸਕਦੇ ਹੋ, ਤੁਹਾਡੇ ਪਿੱਛੇ ਦਿਖ ਰਿਹਾ ਹੈ ਕਰੰਟ ਅਫੇਅਰਸ ਇਸ਼ੂਜ਼ 10 ਐਮਸੀਕਿਊ ਰਿਵੀਜ਼ਨ ਸੀਰੀਜ਼ ਜਿਹੜੀ ਅਸੀਂ ਰਨ ਕਰ ਰਹੇ ਹਾਂ, ਰਾਈਟ। ਸੋ ਸਟਾਰਟ ਕਰਦੇ ਹਾਂ ਅੱਜ ਦਾ ਡਿਸਕਸ਼ਨ। ਪਹਿਲਾ ਜਿਹੜਾ ਕੁਐਸਚਨ ਹੈ ਇਟ ਇਜ਼ ਇਨ ਫਰੰਟ ਆਫ ਯੂ। Consider the following statements. Factor price is the price of the commodity from the producer's side. दूसरी statement, market price excludes the taxes and includes government subsidy from factor cost. So you have to select the incorrect statements using the codes given below. हाँ जी बच्चों, मार्क करके दसो आंसर कमेंट बॉक्स ਵਿੱਚ ਕੀ ਦਾ ਆਨਸਰ ਹੋਏਗਾ। ऑल राइट, सो लेट्स डिस्कस। देखो आंसर ਇੱਥੇ B ਹੋਏਗਾ, क्यों? क्योंकि दूसरी ਜਿਹੜੀ स्टेटमेंट है वो ਕੱਲੀ इनकरेक्ट है, पहली ਜਿਹੜੀ ਉਹ ਸਹੀ है। ਸਾਨੂੰ ਪਤਾ ਹੈ ਕਿ ਜੇ ਅਸੀਂ ਗੱਲ ਕਰੀਏ ਕਿ ਕੋਈ ਵੀ ਮੰਨ ਲਓ ਅਗਰ ਕੋਈ ਕਮੋਡਿਟੀ ਹੈ ਜਾਂ ਫਿਰ ਕੋਈ ਗੁੱਡਸ ਨੇ, ਆਫ ਕੋਰਸ ਉਹ ਕਿਤੇ ਨਾ ਕਿਤੇ ਕਿਸੇ ਫੈਕਟਰੀ 'ਚ ਬਣ ਕੇ ਆਏ ਨੇ ਤੇ ਜਦੋਂ ਉਹ ਫੈਕਟਰੀ 'ਚ ਪ੍ਰੋਡਿਊਸ ਹੋ ਕੇ ਨਿਕਲੇ ਨੇ, ਜਸਟ ਉੱਥੇ ਹੀ ਜਿਹੜਾ ਉਹਦਾ ਪ੍ਰਾਈਸ ਹੁੰਦਾ ਹੈ ਉਹਨੂੰ ਅਸੀਂ ਫੈਕਟਰ ਪ੍ਰਾਈਸ ਜਾਂ ਫਿਰ ਫੈਕਟਰ ਕਾਸਟ ਕਹਿ ਦਿੰਦੇ ਹਾਂ। ਸੋ ਦ ਫਰਸਟ ਸਟੇਟਮੈਂਟ ਇਜ਼ ਰਾਈਟ ਕਿ ਉਹ ਪ੍ਰੋਡਿਊਸਰਸ ਦੇ ਸਾਈਡ ਤੋਂ ਜਿਹੜੀ ਕਾਸਟ ਹੈ ਉਹ ਸਾਨੂੰ ਫੈਕਟਰ ਪ੍ਰਾਈਸ ਜਿਹੜਾ ਹੈ ਜਾਂ ਫੈਕਟਰ ਕਾਸਟ ਜਿਹੜਾ ਹੈ ਉਹ ਦੱਸਦਾ ਹੈ। ਫਰਸਟ ਇਜ਼ ਕਰੈਕਟ। ਦੂਜੀ ਜਿਹੜੀ ਸਟੇਟਮੈਂਟ ਹੈ ਮਾਰਕੀਟ ਪ੍ਰਾਈਸ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੇ ਤੁਸੀਂ ਮਾਰਕੀਟ ਪ੍ਰਾਈਸ ਕੱਢਣਾ ਹੈ ਤੇ ਫੈਕਟਰ ਕਾਸਟ ਵਿੱਚ ਤੁਸੀਂ ਕੀ ਐਡ ਕਰੋਗੇ? ਇਨਡਾਇਰੈਕਟ ਟੈਕਸਸ ਨੂੰ, ਤੇ ਤੁਸੀਂ ਕੀ ਸਬਟਰੈਕਟ ਕਰੋਗੇ? ਸਬਸਿਡੀ ਨੂੰ। ਇਨਡਾਇਰੈਕਟ ਟੈਕਸਸ ਨੂੰ ਕਿਉਂ ਐਡ ਕਰੋਗੇ? ਕਿਉਂਕਿ ਦੇਖੋ ਜਦੋਂ ਫੈਕਟਰੀ ਚੋਂ ਬਣ ਕੇ ਨਿਕਲਿਆ ਕੋਈ ਵੀ ਪ੍ਰੋਡਕਟ, ਉੱਥੇ ਜਿਹੜਾ ਉਹਦਾ ਪ੍ਰਾਈਸ ਸੀਗਾ ਉਹਦੇ ਵਿੱਚ ਸਰਕਾਰ ਕੋਈ ਟੈਕਸ ਉਹਦੇ ਉੱਤੇ ਲਾਏਗੀ, ਤੇ ਜਦੋਂ ਸਰਕਾਰ ਉੱਤੇ ਕੋਈ ਟੈਕਸ ਲਾਏਗੀ ਇਹਦਾ ਮਤਲਬ ਹੈ ਕਿ ਉਹ ਕਾਸਟ ਵਿੱਚ ਐਡ ਹੋਏਗਾ, ਹੈਂਸ ਯੂ ਐਡ ਦ ਇਨਡਾਇਰੈਕਟ ਟੈਕਸ। ਤੇ ਮੰਨ ਲਓ ਜੇ ਕੋਈ ਸਰਕਾਰ ਉਹ 'ਚ ਸਬਸਿਡੀ ਦੇ ਰਹੀ ਹੈ ਤੇ ਉਹਨੂੰ ਉਹ ਕੀ ਕਰਦੀ ਹੈ? ਪ੍ਰਾਈਸਿਸ ਨੂੰ ਰਿਡਿਊਸ ਕਰਦੀ ਹੈ। ਹੈਂਸ ਵਾਟ ਵੀ ਡੂ ਇਜ਼ ਵੀ ਰਿਡਿਊਸ ਦ ਸਬਸਿਡੀ, ਵੀ ਸਬਟਰੈਕਟ ਦ ਸਬਸਿਡੀ। ਜਿਹੜੀ ਇੱਥੇ ਸਟੇਟਮੈਂਟ ਹੈ ਇੱਥੇ ਐਕਸਕਲੂਡ ਦ ਟੈਕਸਸ ਗਲਤ ਹੈ, ਇੱਥੇ ਇਨਕਲੂਡ ਦ ਟੈਕਸਸ ਹੋਣਾ ਚਾਹੀਦਾ ਸੀ। ਐਂਡ ਇਨਕਲੂਡਸ ਦ ਗਵਰਨਮੈਂਟ ਸਬਸਿਡੀ, ਨਹੀਂ ਇਨਕਲੂਡ ਨਹੀਂ ਕਰਦੀ, ਐਕਸਕਲੂਡ ਕਰਦੀ ਹੈ। ਤੁਸੀਂ ਦੇਖੋ ਮਾਈਨਸ ਹੋ ਰਿਹਾ ਇੱਥੇ ਕਿਹਦੇ ਵਿੱਚੋਂ? ਫੈਕਟਰ ਕਾਸਟ ਵਿੱਚੋਂ। ਤੇ ਸਾਨੂੰ ਕੀ ਮਿਲ ਰਿਹਾ? ਮਾਰਕੀਟ ਪ੍ਰਾਈਸ। ਸੋ ਆਨਸਰ ਵਿਲ ਬੀ ਬੀ। ਆਲਰਾਈਟ, ਤੇ ਅਸੀਂ ਡਿਸਕਸ ਕਰ ਲਿਆ ਫੈਕਟਰ ਪ੍ਰਾਈਸ ਮਾਰਕੀਟ ਪ੍ਰਾਈਸ ਕੀ ਹੁੰਦਾ ਹੈ, ਦੇਖ ਲਿਆ ਅਸੀਂ ਕਿਉਂ ਸਟੇਟਮੈਂਟ ਜਿਹੜੀ ਦੂਜੀ ਸੀ ਉਹ ਗਲਤ ਸੀਗੀ ਤੇ ਪਹਿਲੀ ਕਿਉਂ ਸਹੀ ਸੀ, ਐਂਡ ਵਾਟ ਇਜ਼ ਦ ਰਿਲੇਸ਼ਨ ਬਿਟਵੀਨ ਮਾਰਕੀਟ ਪ੍ਰਾਈਸ, ਫੈਕਟਰ ਪ੍ਰਾਈਸ, ਇਨਡਾਇਰੈਕਟ ਟੈਕਸ ਐਂਡ ਸਬਸਿਡੀ। ਚੱਲਦੇ ਹਾਂ ਦੂਜੇ ਕੁਐਸਚਨ ਦੀ ਤਰਫ। ਹਾਊ ਮੈਨੀ ਆਫ ਦ ਬਿਲੋ ਗਿਵਨ ਪੇਅਰਸ ਇਜ਼ ਔਰ ਆਰ ਨਾਟ ਕਰੈਕਟਲੀ ਮੈਚਡ? ਪਹਿਲਾ ਪੇਅਰ ਕਾਸਟ ਪੁਸ਼ ਇਨਫਲੇਸ਼ਨ, increase in the supply of money with people. दूजा built in inflation, passing higher labor costs to customers. तीजा demand pull inflation, that is increased credit demand. ਤੁਹਾਨੂੰ ਇੱਥੇ ਦੱਸਣਾ ਹੈ ਕਿ ਕਿਹੜਾ ਜਿਹੜਾ ਹੈ ਪੇਅਰ ਇੱਥੇ ਇਨਕਰੈਕਟਲੀ ਮੈਚਡ ਹੈ, ਕਿੰਨੇ ਨੰਬਰ ਆਫ ਪੇਅਰਸ। ਸੋ ਕਾਸਟ ਪੁਸ਼ ਇਨਫਲੇਸ਼ਨ ਡਿਸਕਸ ਕਰਦੇ ਹਾਂ। ਆਈ ਹੋਪ ਤੁਸੀਂ ਪੌਜ਼ ਕਰਕੇ ਵੀਡੀਓ ਨੂੰ ਸੋਲਵ ਕੀਤਾ ਹਾਲੇ ਇਹਨੂੰ। ਦੇਖੋ ਆਨਸਰ ਇੱਥੇ ਹੋਏਗਾ ਕੱਲਾ A, ਕਿਉਂ? ਕੱਲਾ ਇੱਕੋ ਪੇਅਰ ਜਿਹੜਾ ਇਨਕਰੈਕਟਲੀ ਮੈਚਡ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਾਸਟ ਪੁਸ਼ ਇਨਫਲੇਸ਼ਨ ਦੀ, ਇਹਦਾ ਮਤਲਬ ਇਹ ਹੈ ਕਿ ਜੇ ਮੰਨ ਲਓ ਰॉ ਮਟੀਰੀਅਲ ਵਿੱਚ ਜੇ ਮੈਂ ਇਹ ਮੰਨ ਲਓ ਸ਼ਰਟ ਪ੍ਰੋਡਿਊਸ ਕਰਨੀ ਹੈ, ਇਸ ਸ਼ਰਟ ਲਈ ਆਈ ਨੀਡ ਸਮ ਕਾਟਨ, ਮੈਨੂੰ ਥ੍ਰੈਡ ਚਾਹੀਦਾ, ਮੈਨੂੰ ਧਾਗਾ ਚਾਹੀਦਾ, ਮੈਨੂੰ ਕਾਟਨ ਚਾਹੀਦੀ ਹੈ। ਤੇ ਜੇ ਕਾਟਨ ਦਾ ਦਾਮ ਵੱਧ ਜਾਏ, that is the raw material for producing a shirt, ਤੇ ਮੈਂ ਕੀ ਕਹਿ ਰਿਹਾ ਕਿ ਉਸ raw material ਦੇ ਪ੍ਰਾਈਸ ਵਿੱਚ ਕਿਉਂਕਿ ਇਨਕਰੀਜ਼ ਆ ਗਿਆ, ਸੋ ਆਈ ਨੀਡ ਕਿ ਮੈਂ ਆਪਣੀ ਸ਼ਰਟ ਦਾ ਵੀ ਦਾਮ ਵਧਾਵਾਂ, ਨਹੀਂ ਤਾਂ ਫਿਰ ਮੈਂ ਸਰਵਾਈਵ ਕਿੱਦਾਂ ਕਰਾਂਗਾ। ਤੇ ਇਹਦੇ ਕਰਕੇ ਜਿਹੜਾ ਪ੍ਰਾਈਸ ਇਨਕਰੀਜ਼ ਕੀਤਾ ਸ਼ਰਟ ਦਾ, ਉਹਨੂੰ ਅਸੀਂ ਕੀ ਕਹਿ ਰਹੇ ਹਾਂ ਬਈ? ਕਾਸਟ ਪੁਸ਼ ਕਰ ਰਹੀ ਹੈ, ਤੇ ਇਹਦੇ ਕਰਕੇ ਪ੍ਰਾਈਸਿਸ ਇਨਕਰੀਜ਼ ਕਰ ਰਹੇ ਨੇ, ਜਿਹਨੂੰ ਅਸੀਂ ਕੀ ਕਹਿੰਦੇ ਆ? ਇਨਫਲੇਸ਼ਨ ਕਹਿੰਦੇ ਆ, ਹੈ ਨਾ। ਜਾਂ ਫਿਰ ਕਹਿ ਲਓ ਮੰਨ ਲਓ ਟਰਾਂਸਪੋਰਟੇਸ਼ਨ ਦੀ ਕਾਸਟ ਇਨਕਰੀਜ਼ ਕਰ ਜਾਵੇ। ਤੁਹਾਨੂੰ ਪਤਾ ਹੈ ਸਾਡੇ ਦੇਸ਼ ਵਿੱਚ ਮੈਕਸਿਮਮ ਟਰਾਂਸਪੋਰਟੇਸ਼ਨ ਜਿਹੜੀ ਹੁੰਦੀ ਹੈ ਕਿੱਦਾਂ ਹੁੰਦੀ ਹੈ? ਰੋਡ ਦੇ ਥਰੂ ਹੁੰਦੀ ਹੈ, ਤੇ ਰੋਡ ਦੇ ਵਿੱਚੋਂ ਵੀ ਦੇ ਆਰ ਟਰਾਂਸਪੋਰਟਡ ਥਰੂ ਟਰੱਕਸ। ਤੇ ਜੇ ਡੀਜ਼ਲ ਮਹਿੰਗਾ ਹੋ ਗਿਆ, ਜੇ ਮੰਨ ਲਓ ਟਰਾਂਸਪੋਰਟੇਸ਼ਨ ਦੀ ਕਾਸਟ ਇਨਕਰੀਜ਼ ਕਰ ਗਈ, ਤਾਂ ਵੀ ਉਹ ਕੀ ਕਰੇਗਾ? ਕਾਸਟ ਪੁਸ਼ ਕਰੇਗਾ ਪ੍ਰੋਡਕਟ ਦੀ, which will lead to cost push inflation. ਤੇ ਇੱਥੇ increase in the supply of money with people ਦਾ ਕੋਈ concern ਨਹੀਂ ਹੈ। ਇਹ ਪੇਅਰ ਜਿਹੜਾ ਹੈ incorrectly matched ਹੈ। ਕਿਹੜਾ? ਪਹਿਲਾ। ਦੂਜਾ ਪੇਅਰ ਡਿਸਕਸ ਕਰਦੇ ਹਾਂ built in inflation। built in inflation ਦਾ ਮਤਲਬ ਦੇਖੋ ਕੀ ਹੋ ਗਿਆ ਕਿ ਜੇ ਅਸੀਂ ਮੰਨ ਲਓ ਫੈਕਟਰੀ ਵਿੱਚ ਸਾਡੇ ਜੋ ਵੀ ਲੇਬਰਸ ਜਿਹੜੇ ਅਸੀਂ ਹਾਇਰ ਕੀਤੇ ਨੇ, ਉਹਨਾਂ ਲੇਬਰਸ ਦਾ ਜਿਹੜਾ ਵੇਜ ਹੈ ਜਾਂ ਫਿਰ ਜਿਹੜੀ ਸੈਲਰੀ ਹੈ ਉਹਦੇ ਵਿੱਚ ਅਸੀਂ ਇਨਕਰੀਜ਼ ਕੀਤਾ, ਉਹਨੂੰ ਅਸੀਂ ਵਧਾਤਾ। That will lead to increase in the cost which I am incurring on producing this shirt also। ਜੇ ਅਸੀਂ ਸ਼ਰਟ ਵਾਲਾ ਐਗਜ਼ਾਮਪਲ ਕੰਟੀਨਿਊ ਕਰੀਏ ਕਿ ਜੇ ਮੈਂ 10 ਲੋਕਾਂ ਨੂੰ ਰੱਖਿਆ ਹੋਇਆ ਹੈ ਜਿਹੜੇ ਸ਼ਰਟ ਬਣਾਉਣ 'ਚ ਮੇਰੀ ਫੈਕਟਰੀ 'ਚ ਕੰਮ ਕਰ ਰਹੇ ਨੇ,
ਤੇ ਉਹਨਾਂ ਦਾ ਜੇ ਸੈਲਰੀ ਉਹਨੂੰ ਇਨਕਰੀਜ਼ ਕੀਤਾ ਜਾਵੇ ਤੇ that will increase the cost of my production। ਉਹਨੂੰ ਅਸੀਂ ਕੀ ਕਹਿੰਦੇ ਆ ਕਿ ਉਹ ਅਸੀਂ ਜਦੋਂ ਪਾਸ ਕਰ ਰਹੇ ਆ ਲੇਬਰ ਕਾਸਟ ਦੀ ਜਿਹੜੀ ਇਨਕਰੀਜ਼ ਹੋਇਆ ਹੈ ਉਹਨੂੰ ਅਸੀਂ ਜੇ ਕਸਟਮਰਸ ਨੂੰ ਪਾਸ ਕਰ ਦਈਏ ਕਿ ਉਹ ਪੈਸਾ ਅਲਟੀਮੇਟਲੀ ਮੈਂ ਕਿਹਦੇ ਤੋਂ ਵਸੂਲਾਂਗਾ, ਕਸਟਮਰਸ ਤੋਂ। ਤੇ ਮੈਂ ਕੀ ਕਰ ਰਿਹਾ, ਮੈਂ ਆਪਣੀ ਇਨਫਲੇਸ਼ਨ ਨੂੰ ਪਾਸ ਕਰ ਰਿਹਾ ਤੇ ਉਹਨੂੰ ਅਸੀਂ ਕਹਿੰਦੇ ਆ ਬਿਲਟ ਇਨ ਇਨਫਲੇਸ਼ਨ। ਇਸ ਟਰਮ ਨਾਲ ਅਸੀਂ ਡਿਨੋਟ ਕਰਦੇ ਆ, ਰਾਈਟ। ਤੀਜਾ ਕਿਹੜਾ ਹੈ, ਡਿਮਾਂਡ ਪੁੱਲ ਇਨਫਲੇਸ਼ਨ। ਡਿਮਾਂਡ ਪੁੱਲ ਦਾ ਮਤਲਬ ਕੀ ਹੋ ਗਿਆ ਕਿ ਵੀ ਲੋਕਾਂ ਦੇ ਹੱਥਾਂ 'ਚ ਪੈਸਾ ਜਿਹੜਾ ਹੈ ਉਹ ਜ਼ਿਆਦਾ ਹੈ। ਜੇ ਮੰਨ ਲਓ ਉਹਨਾਂ ਦੀ ਤਨਖਾਹ ਵੱਧ ਗਈ ਜਾਂ ਫਿਰ ਸਰਕਾਰ ਦੇ ਵੱਲੋਂ ਕੋਈ ਐਡ ਆਨ ਕਰਕੇ ਨਵਾਂ ਪੇ ਕਮਿਸ਼ਨ ਆਇਆ ਤੇ ਸੈਲਰੀ ਇਨਕਰੀਜ਼ ਹੋ ਗਈ ਤੇ ਨਾਓ ਦੇ ਹੈਵ ਮੋਰ ਮਨੀ। ਹੁਣ ਜਦੋਂ ਪੈਸਾ ਜ਼ਿਆਦਾ ਹੱਥ ਵਿੱਚ, ਦੇ ਵਿਲ ਇਨਕਰੀਜ਼ ਦ ਡਿਮਾਂਡ ਆਫ ਦ ਗੁੱਡਸ, ਮਤਲਬ ਕਿ ਜਿਹੜੀ ਡਿਮਾਂਡ ਹੈ ਗੁੱਡਸ ਦੀ ਉਹਦੇ ਵਿੱਚ ਇਨਕਰੀਜ਼ ਦੇਖਣ ਨੂੰ ਮਿਲੇਗਾ। ਸਿੰਸ ਦ ਡਿਮਾਂਡ ਆਫ ਗੁੱਡਸ ਵਿਲ ਇਨਕਰੀਜ਼, ਇਹਦੇ ਕਰਕੇ ਕੀ ਹੋਏਗਾ, ਡਿਮਾਂਡ ਜਿਹੜੀ ਹੈ ਉਹ ਸਪਲਾਈ ਤੋਂ ਸਾਡੀ ਇਨਕਰੀਜ਼ ਹੋ ਜਾਵੇਗੀ। ਤੇ ਜੇ ਡਿਮਾਂਡ ਵਿਲ ਬੀ ਗ੍ਰੇਟਰ ਦੈਨ ਸਪਲਾਈ, ਇਟ ਮੀਨਸ ਦੈਟ ਇਨਫਲੇਸ਼ਨ ਜਿਹੜੀ ਹੈ ਪ੍ਰੋਡਕਟਸ ਦੇ ਦਾਮ ਜਿਹੜੇ ਨੇ ਉਹ ਵਧਣੇ ਸ਼ੁਰੂ ਹੋ ਜਾਣਗੇ। ਠੀਕ ਹੈ, ਮੰਨ ਲਓ ਪਹਿਲਾਂ 100 ਰੁਪਏ ਸੀਗੇ ਤੇ ਅੱਗੇ ਸਾਹਮਣੇ ਤੁਹਾਡੇ 100 ਹੀ ਗੁੱਡਸ ਸੀਗੇ। ਹੁਣ ਕੀ ਹੈ, ਅੱਗੇ 1000 ਰੁਪਏ ਹੈ ਤੇ ਗੁੱਡਸ ਕਿੰਨੇ ਨੇ 100, ਤੇ ਸਪਲਾਈ ਜਿਹੜੀ ਹੈ ਉਹ ਇਨਕਰੀਜ਼ ਨਹੀਂ ਪਰ ਡਿਮਾਂਡ ਇਨਕਰੀਜ਼ ਹੋ ਗਈ। ਠੀਕ ਹੈ, ਤੇ ਇਸ ਕਰਕੇ ਕੀ ਹੋ ਰਿਹਾ ਹੈ, ਡਿਮਾਂਡ ਜਿਹੜੀ ਹੈ ਉਹ ਪੁੱਲ ਕਰ ਰਹੀ ਹੈ ਇਨਫਲੇਸ਼ਨ ਨੂੰ, ਜਿਹਨੂੰ ਅਸੀਂ ਕਹਿੰਦੇ ਹਾਂ ਡਿਮਾਂਡ ਪੁੱਲ ਇਨਫਲੇਸ਼ਨ। ਤੇ ਇਹ ਕਿਹਦੇ ਨਾਲ, ਕਿਹਦੇ ਰੀਜ਼ਨ ਕਰਕੇ ਕਾਜ਼ ਹੋ ਰਿਹਾ ਹੈ ਕਿ ਜੇ ਲੋਕਾਂ ਦੇ ਹੱਥ ਵਿੱਚ ਜ਼ਿਆਦਾ ਪੈਸਾ ਹੈ, ਉਹ ਲੋਨ ਸਸਤੇ ਨੇ, ਲੋਨ ਲੈ ਰਹੇ ਨੇ, ਲੋਨ ਲੈ ਕੇ ਐਕਸਪੈਂਡੀਚਰਸ ਕਰ ਰਹੇ ਨੇ ਤੇ ਡਿਮਾਂਡ ਨੂੰ ਇਨਕਰੀਜ਼ ਕਰ ਰਹੇ ਨੇ। ਤੇ ਇੱਥੇ ਦੂਜਾ ਤੇ ਤੀਜਾ ਜਿਹੜਾ ਪੇਅਰ ਹੈ ਉਹ ਕਰੈਕਟਲੀ ਮੈਚਡ ਹੈ ਤੇ ਤੁਹਾਡਾ ਆਨਸਰ ਕੀ ਹੋ ਜਾਏਗਾ, ਨਾਟ ਕਰੈਕਟਲੀ ਮੈਚ ਜਿਹੜਾ ਪੇਅਰ ਹੈ ਉਹ ਕਿਹੜਾ ਹੈ, ਓਨਲੀ 1। ਸੋ ਦਾ ਆਨਸਰ ਵਿਲ ਬੀ A। ਆਲਰਾਈਟ, ਸੋ ਡਿਸਕਸਡ ਕਾਸਟ ਪੁਸ਼ ਇਨਫਲੇਸ਼ਨ, ਇੱਕ ਵਾਰੀ ਤੁਸੀਂ ਰੀਡ ਕਰ ਸਕਦੇ ਹੋ। ਬਿਲਟ ਇਨ, ਡਿਮਾਂਡ ਪੁੱਲ, ਸਾਰਾ ਕੁਝ ਅਸੀਂ ਡਿਸਕਸ ਕਰ ਲਿਆ। ਮੂਵਿੰਗ ਟੂ ਦ ਕੁਐਸਚਨ ਨੰਬਰ 3, consider the following statements. India was one of the founding members of GATT, and second, the first round of GATT was held in Uruguay in the year 1947। ਤੇ ਤੁਸੀਂ ਇੱਥੇ ਦੱਸਣਾ ਹੈ ਕਿ ਵੀ ਕਿਹੜਾ ਸਟੇਟਮੈਂਟ ਜਿਹੜੀ ਹੈ ਉਹ ਇੱਥੇ ਸਹੀ ਹੈ ਗੈਟ ਦੇ ਕੰਟੈਕਸਟ ਵਿੱਚ, ਜਿਹੜਾ WTO ਦਾ ਅਸੀਂ ਕਹਿ ਸਕਦੇ ਹਾਂ ਪ੍ਰੀਡੀਸੈਸਰ ਸੀਗਾ। ਹਾਂਜੀ, ਡਿਸਕਸ ਕਰਦੇ ਹਾਂ ਪਹਿਲੀ ਸਟੇਟਮੈਂਟ। ਦੇਖੋ ਪਹਿਲੀ ਸਟੇਟਮੈਂਟ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਕਿ ਜਦੋਂ 1947 ਵਿੱਚ ਫਾਊਂਡ ਕੀਤਾ ਗਿਆ ਸੀ, ਜਾਂ ਫਿਰ ਕਹ ਲਓ ਸਾਈਨ ਕੀਤੇ ਸੀਗੇ ਸਾਰੇ ਕੰਟਰੀਜ਼ ਨੇ ਗੈਟ ਨੂੰ ਫਾਊਂਡ ਕਰਨ ਲਈ, ਉਸ ਵੇਲੇ ਇੰਡੀਆ ਵੀ ਇੱਕ ਫਾਊਂਡਿੰਗ ਮੈਂਬਰ ਸੀਗਾ। So the first statement is correct that we were very much the founding member of GATT, that is General Agreement on Trade and Tariffs, ਜਿਹਨੂੰ ਤੁਸੀਂ ਇਸ ਟਰਮ ਨਾਲ ਡਿਨੋਟ ਕਰਦੇ ਹੋ GATT, ਹੈ ਨਾ। ਦੂਜਾ ਜਿਹੜਾ ਹੈ ਉਹ ਗਲਤ ਹੈ, ਕਿਉਂ? ਜਿਹੜਾ ਫਰਸਟ ਰਾਉਂਡ ਸੀਗਾ that happened not in Uruguay but that happened in Geneva, Switzerland। ਜਿਹੜਾ ਫਾਈਨਲ ਐਂਡ ਲਾਸਟ ਰਾਉਂਡ ਸੀਗਾ, ਜਿਹਨੂੰ ਅਸੀਂ 8th ਰਾਉਂਡ ਵੀ ਕਹਿੰਦੇ ਆ, ਫਾਈਨਲ ਐਂਡ ਦ ਲਾਸਟ ਰਾਉਂਡ, that was conducted in Uruguay in 1986। So second statement will be incorrect, answer ਤੁਹਾਡਾ ਹੋ ਜਾਏਗਾ A। correct statement is only 1। So we see that 23 countries signed and formed GATT in 1947। India was one of the founding members। Primary purpose ਸੀਗਾ to increase the international trade by reducing various tariffs, various quotas, ਕਿ ਵੀ ਜਿਹੜਾ ਵੀ ਇੰਟਰਨੈਸ਼ਨਲ ਟ੍ਰੇਡ ਹੈ, ਜਿਹੜਾ ਤੁਸੀਂ ਕਹ ਲਓ ਵੈਸ਼ਵਿਕ ਵਪਾਰ ਹੈ, ਉਹਦੇ ਵਿੱਚ ਅਸੀਂ ਹੋਰ ਰੋੜੇ ਨਾ ਅੜਕਾਈਏ, ਅਸੀਂ ਟੈਕਸਿਸ ਦੇ ਬੈਰੀਅਰਸ ਨਾ ਕ੍ਰੀਏਟ ਕਰੀਏ। ਦੈਟ ਇਜ਼ ਵਾਈ ਗੈਟ ਵਾਸ ਸਾਈਨਡ। ਤੇ ਪਹਿਲਾ ਜਿਹੜਾ ਰਾਉਂਡ ਸੀ 1947 ਵਿੱਚ ਕਿੱਥੇ ਹੋਇਆ ਸੀ, ਜਨੀਵਾ ਚ ਹੋਇਆ ਸੀ। ਆਖਰੀ 8ਵਾਂ ਰਾਉਂਡ, ਫਾਈਨਲ ਰਾਉਂਡ ਜਿਹਨੂੰ ਅਸੀਂ ਕਹਿੰਦੇ ਆ, ਉਹ ਕਿੱਥੇ ਹੋਇਆ ਸੀ, ਉਰੂਗਵੇ ਚ ਹੋਇਆ ਸੀ 1986 ਚ, ਜਿਹਨੂੰ ਅਸੀਂ ਉਰੂਗਵੇ ਰਾਉਂਡ ਕਹਿੰਦੇ ਆ। ਆਲਰਾਈਟ, ਸੋ ਦੈਟ ਇਜ਼ ਕੁਐਸਚਨ, ਦੈਟ ਇਜ਼ ਦ ਆਨਸਰ। ਮੂਵਿੰਗ ਟੂ ਕੁਐਸਚਨ ਨੰਬਰ 4, poverty gap reflects gap in infrastructural facilities between developed nations and developing nations। ਦੂਜੀ statement, the difference between poverty line and actual income level of all those living below that line। ਤੀਜਾ, gap between developed and developing nations, and D, gap between the rich and the poor people। ਤੇ ਤੁਸੀਂ ਇੱਥੇ ਦੱਸਣਾ ਹੈ ਕਿ poverty gap ਜਿਹੜਾ ਹੈ ਉਹਨੂੰ ਕਿਹੜੀ statement best define ਕਰ ਰਹੀ ਹੈ ਜਾਂ ਫਿਰ ਕਿਹਦੇ ਵਿੱਚ ਉਹ reflect ਹੋ ਰਿਹਾ ਹੈ। So please mark the answers in the comment box। ਚਲੋ ਡਿਸਕਸ ਕਰਦੇ ਹਾਂ। ਦੇਖੋ, ਜੇ ਮੰਨ ਲਓ ਪਾਵਰਟੀ ਗੈਪ ਦੇ ਕਨਸੈਪਟ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਦੇਖੀਏ ਕਿ ਬਈ ਪਾਵਰਟੀ ਲਾਈਨ ਦਾ ਇੱਕ ਕਨਸੈਪਟ ਹੁੰਦਾ ਹੈ। ਤੇ ਜੇ ਮੰਨ ਲਓ ਦਿਸ ਇਜ਼ ਦਾ ਪਾਵਰਟੀ ਲਾਈਨ, ਤੇ ਮੈਂ ਕਹਿ ਰਿਹਾ ਕਿ ਜੇ 1000 ਰੁਪਏ ਕੋਈ ਵੀ ਵਿਅਕਤੀ ਪਰ ਕੈਪੀਟਾ ਪਰ ਮੰਥ ਕਮਾ ਰਿਹਾ ਹੈ ਤੇ ਉਹ ਪਾਵਰਟੀ ਲਾਈਨ ਤੋਂ ਉੱਤੇ ਹੈ। ਜਿੰਨੇ ਵੀ ਲੋਕੀ ਇਸ ਤੋਂ ਜ਼ਿਆਦਾ ਕਮਾ ਰਹੇ ਨੇ, ਦੇ ਆਰ ਅਬਵ ਦ ਪਾਵਰਟੀ ਲਾਈਨ, ਉਹਨੂੰ ਅਸੀਂ ਕਵਾਂਗੇ ਕਿ ਦੇ ਆਰ ਆਲ ਨॉन ਪੂਅਰ। ਬਟ ਜਿੰਨੇ ਵੀ ਲੋਕ ਇਸ ਤੋਂ ਥੱਲੇ ਨੇ ਉਹਨਾਂ ਨੂੰ ਅਸੀਂ ਕਿਹੜੀ ਕੈਟਾਗਰੀ ਵਿੱਚ ਇਨਕਲੂਡ ਕਰਾਂਗੇ, ਦੇ ਆਲ ਆਰ ਪੂਅਰ। ਹੁਣ ਦੇਖੋ, ਜੇ ਮੰਨ ਲਓ ਇੱਕ ਬੰਦਾ ਹੈ A ਤੇ ਦੂਜਾ ਬੰਦਾ ਹੈ B। A ਜਿਹੜਾ ਹੈ ਉਹ ਸਿਰਫ ਕਮਾ ਰਿਹਾ 500 ਰੁਪੀਜ਼, ਠੀਕ ਹੈ, ਇੰਨੀ ਉਹਦੀ ਕਮਾਈ ਹੈ। ਤੇ B ਜਿਹੜਾ ਹੈ ਉਹ ਮੰਨ ਲਓ ਸਿਰਫ ਕਮਾ ਪਾ ਰਿਹਾ ਹੈ 900 ਰੁਪੀਜ਼।
900 नहीं, ਇੱਥੇ ਕਰ ਲਓ 100 ਰੁਪੀਸ ਮੰਨ ਲਓ, ਕੱਲੇ 100 ਰੁਪਏ, ਠੀਕ ਹੈ। ਤੇ ਇਹ ਕਿੰਨਾ ਕਮਾ ਪਾ ਰਿਹਾ, ਕੱਲੇ 100 ਰੁਪਏ। ਤੇ ਜਿਹੜਾ ਇਹ ਕਮਾ ਪਾ ਰਿਹਾ 500 ਰੁਪੀਸ, ਇਹ ਪੋਵਰਟੀ ਲਾਈਨ ਤੋਂ ਕਿੰਨਾ ਥੱਲੇ ਹੈ, 1000 ਮਾਈਨਸ 500 500, ਤੇ ਇਹ ਪੋਵਰਟੀ ਗੈਪ ਹੈ। ਬੀ ਨੂੰ ਜੇ ਅਸੀਂ ਕੰਸੀਡਰ ਕਰੀਏ, ਇਹ 100 ਰੁਪਏ ਕੱਲੇ ਕਮਾ ਰਿਹਾ ਤੇ ਇਹ 1000 ਚੋਂ 100 ਕੱਢ ਦੋ 900 ਰੁਪਏ, ਇੰਨੇ ਪੈਸੇ, ਇੰਨੇ 900 ਰੁਪੀਸ ਜਿਹੜਾ ਹੈ ਉਹ ਐਡੀਸ਼ਨਲ ਅਮਾਉਂਟ ਹੈ। ਜੇ 900 ਰੁਪਏ ਹੋਰ ਬੀ ਕਮਾਏਗਾ, then it will, he or she will be able to reach the poverty line, ਤੇ ਉਸ ਤੋਂ ਉੱਪਰ ਆਉਣ ਦੀ ਇਹਦੀ ਕੋਸ਼ਿਸ਼ ਹੋਏਗੀ, ਜਾਂ ਫਿਰ ਕਹ ਲਓ ਇਹ ਪਾਵਰਟੀ ਲਾਈਨ ਤੇ ਪਹੁੰਚੇਗਾ। ਤੇ ਇਹ ਰਿਫਲੈਕਟ ਕੀ ਕਰ ਰਿਹਾ ਕਿ ਪਾਵਰਟੀ ਗੈਪ ਕਿੰਨਾ ਹੈ, ਜਾਂ ਫਿਰ ਕਹ ਲਓ ਪਾਵਰਟੀ ਲਾਈਨ ਤੋਂ ਲੈ ਕੇ ਜਿਹੜੀ ਐਕਚੁਅਲ ਇਨਕਮ ਹੈ ਉਹਦੇ ਵਿੱਚ ਕਿੰਨਾ ਗੈਪ ਹੈ। ਸੋ that is defined by this statement ਕਿ ਜਿਹੜਾ ਕਹਿ ਰਹੀ ਹੈ difference between poverty line and actual income level of those living below that line। ਤੇ ਆਂਸਰ ਕੀ ਹੋ ਜਾਏਗਾ, ਬੀ। ठीक है, ये ऐसे डिस्कस कर लिया। मूविंग टू क्वेश्चन नंबर 5, विच वन ऑफ द फॉलोइंग इज और आर द ऑब्जेक्टिव्स ऑफ नीति आयोग? पहला, टू कंस्ट्रक्ट मेथड्स टू फॉर्मुलेट a reliable strategy at village level and aggregate these gradually at higher levels of government। दूसरी स्टेटमेंट, टू grant advice and encourage partnership between important stakeholders and international think tanks। तीसरा, to promote cooperative federalism through well ordered support initiatives। या फिर all of the above। ਤੇ ਤੁਸੀਂ ਨੀਤੀ ਆਯੋਗ ਦੇਖਦੇ ਹੋ ਹਰ ਵੇਲੇ ਨਿਊਜ਼ 'ਚ ਰਹਿੰਦਾ ਹੀ ਹੈ ਕਿਸੇ ਨਾ ਕਿਸੇ ਰੀਜ਼ਨ ਕਰਕੇ, ਉਹਦੇ ਆਬਜੈਕਟਿਵਸ ਰਿਲੇਟਡ ਇੱਕ ਕੁਐਸਚਨ ਹੈ, ਫਟਾਫਟ ਆਨਸਰ ਮਾਰਕ ਕਰਕੇ ਦੱਸੋ ਕਮੈਂਟ ਬਾਕਸ ਵਿੱਚ। ਆਲਰਾਈਟ, ਸੋ ਲੈਟਸ ਡਿਸਕਸ। ਦੇਖੋ ਨੀਤੀ ਆਯੋਗ ਜਿਹੜਾ ਹੈ, ਵੀ ਆਲ ਨੋ ਪਲੈਨਿੰਗ ਕਮਿਸ਼ਨ ਨੂੰ ਸਕ੍ਰੈਪ ਕਰਕੇ ਨੀਤੀ ਆਯੋਗ ਸਰਕਾਰ ਨੇ 2014-15 ਵਿੱਚ ਐਸਟੈਬਲਿਸ਼ ਕੀਤਾ ਸੀਗਾ, ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ। ਤੇ ਇਹਦਾ ਆਬਜੈਕਟਿਵ ਕੀ ਹੈ ਕਿ ਇੱਕ ਤਾਂ ਕੋਆਪਰੇਟਿਵ ਫੈਡਰਲਿਜ਼ਮ ਨੂੰ ਪ੍ਰਮੋਟ ਕਰਨਾ, ਕਿ ਸਟੇਟਸ ਦੇ ਵਿੱਚ ਜਿਹੜਾ ਹੈ ਕੋਆਪਰੇਸ਼ਨ ਹੋਵੇ। ਦੂਜਾ, ਕਿ ਕੰਪੈਟੀਟਿਵ ਫੈਡਰਲਿਜ਼ਮ ਨੂੰ ਵੀ ਪ੍ਰਮੋਟ ਕਰਨਾ, ਕਿ ਜਿਹੜੇ ਸਟੇਟਸ ਨੇ ਉਹ ਇੱਕ ਦੂਜੇ ਨੂੰ ਦੇਖ ਕੇ ਜਿਹੜਾ ਹੈ ਇੱਕ ਹੈਲਦੀ ਕੰਪੀਟੀਸ਼ਨ ਕਰਨ ਤੇ ਤਰੱਕੀ ਕਰਨ ਦੀ ਕੋਸ਼ਿਸ਼ ਕਰਨ। ਤੇ ਇਹ ਦੋ ਮੇਨ ਆਬਜੈਕਟਿਵਸ ਨੇ। ਬਾਕੀ ਇਹ ਜਿਹੜੇ ਨੇ ਬਿਲਕੁਲ ਸਾਰੇ ਐਡ ਹੋਣਗੇ ਉਹਦੇ ਵਿੱਚ। ਆਨਸਰ ਵਿਲ ਬੀ ਡੀ, ਕਿ ਸਾਰੇ ਜਿਹੜੇ ਨੇ ਨੀਤੀ ਆਯੋਗ ਦੇ ਆਬਜੈਕਟਿਵਸ ਨੇ। So to grant and encourage partnership, to construct methods to formulate reliable strategy village level ਤੇ higher levels ਤੇ government ਦੇ, ਤੇ promote cooperative federalism। ਕਿਸ ਤਰੀਕੇ ਨਾਲ ਕਿ ਬਈ ਇਦਾਂ ਦੇ ਮੈਕੈਨਿਜ਼ਮਸ ਹੋਣ ਜਿੱਥੇ ਸਟੇਟਸ ਜਿਹੜੀਆਂ ਨੇ ਉਹ ਅਨਇੰਟਰਪਟਡ ਬੇਸਿਸ ਤੇ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਸਪੋਰਟ ਕਰ ਪਾਣ ਤੇ ਇੰਟਰੈਕਟ ਕਰ ਪਾਣ, ਐਂਡ ਦੇ ਕੈਨ ਆਲ ਵਰਕ ਇਨ ਕੋਆਰਡੀਨੇਸ਼ਨ, ਕੋਆਪਰੇਟਿੰਗ ਵਿਦ ਈਚ ਅਦਰ। So that is the main objective of Niti Aayog। Let's move to question number 6. Consider the following statements. Complete privatization is a form of majority disinvestment where 100% control of the company is passed on to a buyer। Dooja, it introduces competition and market discipline and helps to depoliticize non-essential services। ਤੁਸੀਂ ਦੱਸਣਾ ਇੱਥੇ correct statement ਕਿਹੜੀ ਹੈ। All right, so let's discuss the first statement। ਦੇਖੋ, ਜਦੋਂ ਵੀ ਅਸੀਂ ਕਹਿੰਦੇ ਹਾਂ ਕਿ ਸਰਕਾਰ ਜਿਹੜਾ ਹੈ ਆਪਣਾ ਜਿਹੜਾ ਸਟੇਕ ਹੈ ਕਿਸੇ ਵੀ ਸਰਕਾਰੀ ਕੰਪਨੀ ਵਿੱਚ ਜਾਂ ਕਿਸੇ ਵੀ ਪਬਲਿਕ ਸੈਕਟਰ ਅੰਡਰਟੇਕਿੰਗ ਵਿੱਚ, ਉਸ ਸਟੇਕ ਨੂੰ ਰਿਡਿਊਸ ਕਰ ਰਹੀ ਹੈ, ਤੇ ਅਸੀਂ ਕੀ ਕਹਿੰਦੇ ਆ ਕਿ ਬਈ ਉਹ ਡਿਸਇਨਵੈਸਟਮੈਂਟ ਕਰ ਰਹੀ ਹੈ। ਹੁਣ ਹੋ ਸਕਦਾ ਹੈ ਕਿ ਉਹ ਜਿੰਨਾ ਸਟੇਕ ਉਹਦਾ 100% ਕੰਪਲੀਟ ਸਟੇਕ ਹੈ ਉਹਨੂੰ ਰਿਡਿਊਸ ਕਰ ਦੇਵੇ, ਉਹਨੂੰ ਅਸੀਂ ਕਹਿੰਦੇ ਆ ਕਿ ਉਹ ਕੰਪਲੀਟਲੀ ਪ੍ਰਾਈਵੇਟ ਕੰਪਨੀ ਨੂੰ ਜਾਂ ਪ੍ਰਾਈਵੇਟ ਹੱਥਾਂ 'ਚ ਦੇ ਰਹੀ ਹੈ, ਜਿਹਨੂੰ ਅਸੀਂ ਕਹਿੰਦੇ ਆ ਪ੍ਰਾਈਵੇਟਾਈਜੇਸ਼ਨ। ਤੇ ਪਹਿਲੀ ਸਟੇਟਮੈਂਟ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਕਿ ਇਸ ਤਰੀਕੇ ਦੀ ਇੱਕ ਮੈਜੋਰਟੀ ਡਿਸਇਨਵੈਸਟਮੈਂਟ ਹੈ। ਦੂਜੀ ਜਿਹੜੀ ਸਟੇਟਮੈਂਟ ਹੈ ਕੀ ਕਹਿ ਰਹੀ ਹੈ ਕਿ ਜਿਹੜਾ ਇਹ ਤਰੀਕਾ ਹੈ ਪ੍ਰਾਈਵੇਟਾਈਜੇਸ਼ਨ ਦਾ ਜਾਂ ਡਿਸਇਨਵੈਸਟਮੈਂਟ ਦਾ, ਇਹਦੇ ਥਰੂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੰਪੀਟੀਸ਼ਨ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਮਾਰਕੀਟ ਡਿਸਪਲਿਨ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂ? ਕਿਉਂਕਿ ਹੁਣ ਜਿਹੜਾ ਵੀ ਪ੍ਰਾਈਵੇਟ ਪਲੇਅਰ ਇਹਨੂੰ ਰਨ ਕਰੇਗਾ ਉਹ ਇਨਸ਼ੋਰ ਕਰੇਗਾ ਕਿ ਇਹਦੇ ਵਿੱਚ ਕੀ ਹੋਵੇ, ਐਫੀਸ਼ੀਐਂਸੀ ਹੋਵੇ, ਜਿਹੜੀ ਵੀ ਇਹ ਕੰਮ ਕਰ ਰਹੀ ਹੈ ਉਹ ਐਫੀਸ਼ੀਐਂਟਲੀ ਕੰਮ ਹੋਵੇ, ਉਹਦੇ ਚ ਡਿਸਪਲਿਨ ਹੋਵੇ, ਪ੍ਰੋਡਕਟਿਵਿਟੀ ਇਨਕਰੀਜ਼ ਹੋਵੇ, ਰਾਈਟ, ਤੇ ਉਹਦਾ ਪੋਲਿਟਿਸਾਈਜੇਸ਼ਨ ਜਿਹੜਾ ਹੈ ਉਹ ਖਤਮ ਕੀਤਾ ਜਾਵੇ। ਕਿਉਂ? ਕਿਉਂਕਿ ਸਰਕਾਰ ਦੀ ਜਾਂ ਫਿਰ ਕਿਸੇ ਪੋਲੀਟੀਕਲ ਪਾਰਟੀ ਜੇ ਦਖਲਅੰਦਾਜ਼ੀ ਕਰੇਗੀ ਤੇ ਦੈਨ ਇਟ ਕੈਨ ਨਾਟ ਵਰਕ ਐਫੀਸ਼ੀਐਂਟਲੀ, ਉਹ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਏਗੀ। ਸੋ ਸੈਕੰਡ ਸਟੇਟਮੈਂਟ ਜਿਹੜੀ ਹੈ ਇੱਥੇ ਉਹ ਵੀ ਸਹੀ ਹੈ। ਆਨਸਰ ਕੀ ਹੋ ਜਾਏਗਾ ਤੁਹਾਡਾ, ਸੀ, that is both 1 and 2। Moving to question number 7, which of the following statements is or are incorrect? Public debt is the total debt that people of the country have borrowed। ਦੂਜਾ, external debt can be paid back in any foreign currency। ਤੁਸੀਂ ਇੱਥੇ ਦੇਖਣਾ ਕਿ ਵੀ ਕਿਹੜੀ ਸਟੇਟਮੈਂਟ ਜਿਹੜੀ ਹੈ ਉਹ ਗਲਤ ਹੈ। Select the incorrect statements using the codes given below। ਹਾਂਜੀ, ਕੀ ਹੋਏਗਾ ਇੱਥੇ ਆਨਸਰ, ਫਟਾਫਟ ਦੱਸੋ। ਦੇਖੋ ਡਿਸਕਸ ਕਰਦੇ ਹਾਂ। ਜਿਹੜੀ ਪਹਿਲੀ ਸਟੇਟਮੈਂਟ ਹੈ ਉਹ ਗਲਤ ਹੈ। ਕਿਉਂ? ਜਦੋਂ ਅਸੀਂ ਪਬਲਿਕ ਡੈਟ ਇਸ ਟਰਮ ਨੂੰ ਯੂਜ਼ ਕਰਦੇ ਹਾਂ, ਜਿਹੜੀ ਕੀ ਹੈ, ਪਬਲਿਕ ਡੈਟ। ਇੱਥੇ ਦੇਖੋ ਜਦੋਂ ਅਸੀਂ ਕਹਿ ਰਹੇ ਹਾਂ ਪਬਲਿਕ ਡੈਟ, ਇਹ ਉਹ ਸਾਰਾ ਡੈਟ ਹੈ, ਉਹ ਸਾਰੀ ਬੋਰੋਇੰਗ ਹੈ
ਜਿਹੜੀ ਕਿ ਕਿਸੇ ਵੀ ਕੰਟਰੀ ਦੀ ਗਵਰਨਮੈਂਟ ਨੇ ਲਈ ਹੈ, मतलब कि ਸਰਕਾਰ ਨੇ ਜੋ ਵੀ ਲੋਨ ਲਿਆ ਹੈ, ਜੋ ਵੀ ਕ੍ਰੈਡਿਟ ਲਿਆ ਹੈ, ਜੋ ਵੀ ਕਹਿ ਲਓ ਬੋਰੋਇੰਗ ਕੀਤੀ ਹੈ, ਜਿਹੜਾ ਵੀ ਪੈਸਾ ਰੇਜ਼ ਕੀਤਾ ਹੈ, ਉਹਨੂੰ ਅਸੀਂ ਕਹਿੰਦੇ ਆ ਪਬਲਿਕ ਡੈਟ। ਬਟ ਇਹਦੇ ਵਿੱਚ ਲੋਕਾਂ ਦਾ ਕੋਈ ਰੋਲ ਨਹੀਂ ਹੈ, ਜਿਹੜੇ ਉਸ ਦੇਸ਼ ਦੇ ਲੋਕ ਨੇ ਜਾਂ ਨਾਗਰਿਕ ਨੇ ਉਹਨਾਂ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਹੈ। ਸੋ ਪੀਪਲ ਆਰ ਨਾਟ ਇਨਕਲੂਡਡ ਹੇਅਰ, ਤੇ ਤਾਂ ਕਰਕੇ ਪਹਿਲੀ ਸਟੇਟਮੈਂਟ ਜਿਹੜੀ ਹੈ ਉਹ ਇਨਕਰੈਕਟ ਹੈ। ਜਿਹੜੀ ਦੂਜੀ ਸਟੇਟਮੈਂਟ ਹੈ ਕਿ ਐਕਸਟਰਨਲ ਡੈਟ ਕੈਨ ਬੀ ਪੇਡ ਬੈਕ ਇਨ ਐਨੀ ਫੋਰਨ ਕਰੰਸੀ, ਐਦਾਂ ਨਹੀਂ ਹੁੰਦਾ। ਜਿਹੜੀ ਕਰੰਸੀ ਵਿੱਚ ਤੁਸੀਂ ਜੇ ਮੰਨ ਲਓ ਡਾਲਰ ਵਿੱਚ ਲੋਨ ਲਿਆ ਹੈ, ਡਾਲਰ ਵਿੱਚ ਤੁਸੀਂ ਕੀ ਲੋਨ ਲਿਆ ਹੈ ਜਾਂ ਫਿਰ ਐਕਸਟਰਨਲ ਕ੍ਰੈਡਿਟ ਲਿਆ ਹੈ, ਸੋ ਯੂ ਵਿਲ ਹੈਵ ਟੂ ਰੀਪੇ ਬੈਕ ਇਟ ਇਨ ਡਾਲਰਸ ਓਨਲੀ, ਕਿ ਤੁਸੀਂ ਡਾਲਰਾਂ 'ਚ ਹੀ ਵਾਪਸ ਕਰੋਗੇ। ਸੋ ਬੋਥ ਦ ਸਟੇਟਮੈਂਟਸ ਆਰ ਇਨਕਰੈਕਟ ਹੇਅਰ। ਆਂਸਰ ਕੀ ਹੋ ਜਾਏਗਾ? ਸੀ, ਬੋਥ ਆਰ ਇਨਕਰੈਕਟ। ਤੇ ਅਸੀਂ ਦੇਖ ਲਿਆ ਪਬਲਿਕ ਡੈਟ ਜਿਹੜਾ ਹੈ ਉਹ ਸਰਕਾਰ ਦਾ ਡੈਟ ਹੈ ਜਾਂ ਫਿਰ ਲੋਕਾਂ ਦਾ ਉਹਦੇ ਨਾਲ ਕੋਈ ਕੰਸਰਨ ਨਹੀਂ ਹੈ। एक्सटर्नल डेट ਤੁਸੀਂ पे बैक करोगे उसी करेंसी ਵਿੱਚ ਜਿਹਦੇ ਵਿੱਚ ਤੁਸੀਂ ਲਿਆ ਹੈ, ਮੰਨ ਲਓ ਡਾਲਰ ਚ ਲਿਆ ਹੈ, ਪਾਉਂਡ ਚ ਲਿਆ ਹੈ, ਜਿਹਦੇ ਵਿੱਚ ਲਿਆ ਉਹਦੇ ਵਿੱਚ ਵਾਪਸ ਕਰਨਾ ਪਏਗਾ। ਤੇ ਤਾਂ ਕਰਕੇ ਦੋ ਸਟੇਟਮੈਂਟ ਜਿਹੜੀਆਂ ਸੀ ਇਨਕਰੈਕਟ ਸੀਗੀਆਂ। ਮੂਵਿੰਗ ਟੂ ਕੁਐਸਚਨ ਨੰਬਰ 8, which one of the following are the pillars of gross national happiness? पहला सस्टेनेबल एंड इक्विटेबल सोशो इकोनॉमिक डेवलपमेंट, दूसरा गुड गवर्नेंस, तीसरा प्रिजर्वेशन एंड प्रमोशन ऑफ कल्चर, चौथा एनवायरमेंटल कंजर्वेशन। Select the answer using the codes 1 and 4, 2, 3, 4, 1, 2, 4, 1, 2, 3, 4. All right, so let's discuss। देखो ਇਹ former king of Bhutan ਜਿਹੜੇ ਸੀਗੇ ਕਿੰਗ ਵੋਂਗਚੁਕ, ਉਹਨਾਂ ਨੇ ਇਹ ਇਸ ਟਰਮ ਦਾ ਯੂਜ਼ ਕੀਤਾ ਸੀਗਾ ਜਦੋਂ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜਾ ਲੋਕਾਂ ਦੀ ਤੁਹਾਡੀ ਹੈਪੀਨੈਸ ਹੈ, ਗ੍ਰੋਸ ਨੈਸ਼ਨਲ ਹੈਪੀਨੈਸ ਹੈ, ਉਹ ਮੋਰ ਇੰਪੋਰਟੈਂਟ ਹੈ ਦੈਨ ਗ੍ਰੋਸ ਨੈਸ਼ਨਲ ਪ੍ਰੋਡਕਟ। ਕਿ ਵੀ ਸਰਕਾਰ ਕਿ ਵੀ ਕੰਟਰੀ ਕਿੰਨਾ ਕਮਾ ਰਿਹਾ ਉਹ ਕੱਲਾ ਜ਼ਰੂਰੀ ਨਹੀਂ ਹੈ, ਉੱਥੇ ਲੋਕਾਂ ਦਾ ਵੈਲਫੇਅਰ ਕਿੰਨਾ ਹੋ ਰਿਹਾ, ਉਹ ਕਿੰਨੇ ਖੁਸ਼ ਨੇ ਉਸ ਡਿਵੈਲਪਮੈਂਟ ਤੋਂ, ਉਹਨਾਂ ਦੀ ਜ਼ਿੰਦਗੀ ਵਿੱਚ ਇੰਪਰੂਵਮੈਂਟ ਹੋ ਰਹੀ ਹੈ ਨਹੀਂ ਹੋ ਰਹੀ ਹੈ, ਉਸ ਵੈਲਫੇਅਰ ਨਾਲੋਂ ਤੇ ਉਹਦੇ ਨਾਲੋਂ ਉਹਨਾਂ ਦੀ ਜਿਹੜੀ ਖੁਸ਼ੀ ਜੁੜੀ ਹੋਈ ਹੈ, ਜਿਹੜੇ ਉਹ ਹੈਪੀ ਨੇ, ਉਹ ਵੀ ਇੰਪੋਰਟੈਂਟ ਹੈ। ਤੇ ਅਸੀਂ ਇਸ ਇੰਡੈਕਸ ਵਿੱਚ ਚਾਰੇ ਚੀਜ਼ਾਂ ਨੂੰ ਇਨਕਲੂਡ ਕਰਦੇ ਹਾਂ। ਆਨਸਰ ਕੀ ਹੋ ਜਾਏਗਾ? ਡੀ, ਕਿ ਗ੍ਰੋਸ ਨੈਸ਼ਨਲ ਹੈਪੀਨੈਸ ਜਿਹੜਾ ਹੈ 1972 ਵਿੱਚ ਯੂਜ਼ ਕੀਤਾ ਸੀਗਾ ਕਿੰਗ ਆਫ ਭੂਟਾਨ ਨੇ। ਉਦੋਂ ਦੇ ਜਿਹੜੇ ਕਿੰਗ ਸੀਗੇ ਜਿਗਮੇ ਸਿੰਗੇ ਵੋਂਗਚੁਕ, ਜਿਨ੍ਹਾਂ ਨੇ ਕਿਹਾ ਸੀ ਗ੍ਰੋਸ ਨੈਸ਼ਨਲ ਹੈਪੀਨੈਸ ਇਜ਼ ਮੋਰ ਇੰਪੋਰਟੈਂਟ ਦੈਨ ਗ੍ਰੋਸ ਨੈਸ਼ਨਲ ਪ੍ਰੋਡਕਟ। ਤੇ ਜਿਹੜੇ ਚਾਰ ਪਿਲਰਸ ਨੇ ਅਸੀਂ ਦੇਖ ਲਿਆ, ਇਹ ਚਾਰ ਇਹਦੇ ਪਿਲਰਸ ਨੇ। ਸੋ that is the explanation for question number 8. Moving to question number 9, which of the following are correct regarding money market? ਇੱਥੇ ਇਹ ਦੱਸਣਾ ਤੁਸੀਂ। Money market refers to a section of the financial market where financial instruments with high liquidity and short-term maturities are traded. ਦੂਜਾ, it deals with borrowing and lending of short-term credit loan with a time period of less than or equal to 1 year. And third, call money and term money are instruments of money market. ਤੇ ਤੁਸੀਂ ਜਿਹੜਾ ਕਨਸੈਪਟ ਪੜ੍ਹਦੇ ਹੋ ਇਕਨੋਮੀ ਵਿੱਚ ਮਨੀ ਮਾਰਕੀਟ ਐਂਡ ਕੈਪੀਟਲ ਮਾਰਕੀਟ ਦਾ, ਉਹਦੇ ਵਿੱਚ ਮਨੀ ਮਾਰਕੀਟ ਦੇ ਰਿਲੇਟਡ ਇੱਕ ਕੁਐਸਚਨ ਹੈ, ਮਨੀ ਮਾਰਕੀਟ ਤੋਂ ਰਿਲੇਟਡ ਇੱਕ ਕੁਐਸਚਨ ਹੈ। ਤੁਸੀਂ ਦੱਸਣਾ ਕਿ ਕਿਹੜੇ ਸਟੇਟਮੈਂਟ ਜਿਹੜੀਆਂ ਨੇ ਇੱਥੇ ਕਰੈਕਟ ਹੈ ਜਾਂ ਕੋਈ ਇਕੱਲੀ ਕਰੈਕਟ ਹੈ। ਸੋ ਲੈਟਸ ਸਟਾਰਟ ਡਿਸਕਸਿੰਗ। ਦੇਖੋ ਆਨਸਰ ਇੱਥੇ ਡੀ ਹੈ, ਆਲ ਆਫ ਦੀ ਅਬਵ ਆਰ ਕਰੈਕਟ। ਕਿਉਂ? ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਨੀ ਮਾਰਕੀਟ ਦੀ ਤੇ ਅਸੀਂ ਬੜੀ ਕਲੀਅਰ ਆ ਇਹਦੇ ਵਿੱਚ ਕਿ 1 ਸਾਲ ਜਾਂ ਫਿਰ 1 ਸਾਲ ਤੋਂ ਘੱਟ, ਮਤਲਬ ਕਿ ਲੈਸ ਦੈਨ ਔਰ ਇਕੁਅਲ ਟੂ 1 ਈਅਰ ਜੇ ਅਸੀਂ ਗੱਲ ਕਰ ਰਹੇ ਹਾਂ, ਦੈਟ ਇਜ਼ ਬੇਸਿਕਲੀ ਮਨੀ ਮਾਰਕੀਟ। ਤੇ ਅਸੀਂ ਕੀ ਕਰ ਰਹੇ ਹਾਂ? ਸ਼ਾਰਟ ਟਰਮ ਲਈ ਟ੍ਰੇਡ ਕਰ ਰਹੇ ਹਾਂ ਹਾਈ ਲਿਕੁਇਡਿਟੀ ਇੰਸਟਰੂਮੈਂਟਸ ਨੂੰ, ਕਿ ਜਿਹੜਾ ਲੋਨ ਹੈ ਉਹ ਕੱਲਾ ਕਿੰਨੇ ਟਾਈਮ ਲਈ ਹੈ? 1 ਸਾਲ ਤੋਂ ਘੱਟ ਲਈ, ਰਾਈਟ, ਬਿਲੋ 365 ਡੇਜ਼। ਤੇ ਇਟ ਡੀਲਸ ਵਿਦ ਬੋਰਿੰਗ ਐਂਡ ਲੈਂਡਿੰਗ ਆਫ ਲੈਸ ਦੈਨ ਔਰ ਇਕੁਅਲ ਟੂ 1 ਈਅਰ। ਪਹਿਲੀ ਜਿਹੜੀ ਹੈ ਉਹ ਵੀ ਸਹੀ ਹੋ ਗਈ। ਸ਼ਾਰਟ ਟਰਮ ਮੈਚੁਰਿਟੀਜ਼ ਨੇ, ਸ਼ਾਰਟ ਟਰਮ ਦਾ ਮਤਲਬ ਕਿ ਬਈ ਸਾਲ ਤੋਂ ਘੱਟ ਦਾ ਟਾਈਮ ਹੈ, ਰਾਈਟ, ਐਂਡ ਹਾਈ ਲਿਕੁਇਡਿਟੀ ਅਸੀਂ ਇੱਥੇ ਲੈ ਕੇ ਚੱਲ ਰਹੇ ਹਾਂ। ਤੀਜਾ ਜਿਹੜਾ ਹੈ ਕਿ ਕਾਲ ਮਨੀ, ਨੋਟਿਸ ਮਨੀ, ਟਰਮ ਮਨੀ, ਇਹ ਸਾਰੇ ਕੀ ਨੇ? ਮਨੀ ਮਾਰਕੀਟ ਦੇ ਇੰਸਟਰੂਮੈਂਟਸ ਨੇ। ਸੋ ਆਨਸਰ ਵਿਲ ਬੀ ਡੀ। ਇਹ ਦੇਖ ਲੈਣੇ ਇੱਕ ਵਾਰੀ ਕਿ ਜਿਹੜੇ ਇਹ ਟਰਮਸ ਨੇ, ਇੰਸਟਰੂਮੈਂਟਸ ਨੇ ਮਨੀ ਮਾਰਕੀਟ ਦੇ, ਕਾਲ ਮਨੀ, ਨੋਟਿਸ ਮਨੀ, ਟਰਮ ਮਨੀ ਕੀ ਹੈ? ਦੇਖੋ ਕਾਲ ਮਨੀ ਦਾ ਮਤਲਬ ਹੈ ਕਿ ਜੇ ਤੁਸੀਂ ਲੈਸ ਦੈਨ 1 ਡੇ, ਇੰਨੇ ਟਾਈਮ ਪੀਰੀਅਡ ਲਈ ਤੁਸੀਂ ਕੋਈ ਲੋਨ ਲੈਣਾ ਹੈ ਤੇ ਜਾਂ ਫਿਰ ਕੁਝ ਆਵਰਸ ਲਈ, ਤੇ ਜੇ ਤੁਸੀਂ ਮੰਨ ਲਓ ਕਿ ਕਿਸੇ ਬੈਂਕ ਨੂੰ ਇੱਕਦਮ ਐਮਰਜੈਂਸੀ 'ਚ ਕੋਈ ਲਿਕੁਇਡਿਟੀ ਦੀ, ਮਨੀ ਦੀ ਲੋੜ ਪੈ ਗਈ ਤੇ ਉਹ ਸਿਰਫ 1 ਦਿਨ ਲਈ ਕਹਿ ਰਿਹਾ ਕਿ ਦੂਜੇ ਬੈਂਕ ਨੂੰ ਜਾਂ ਆਰਬੀਆਈ ਨੂੰ ਕਿ ਸਾਨੂੰ ਲੋਨ ਦੇ ਦਿਓ, ਤੇ that will be just very short term, ਕੀ ਹੈ few hours ਜਾਂ ਫਿਰ 1 day, ਜਿਹਨੂੰ ਅਸੀਂ ਕੀ ਕਹਿ ਰਹੇ ਹਾਂ? ਕਾਲ ਮਨੀ। ਕਿ ਇੱਕਦਮ ਕਾਲ ਤੇ ਤੁਸੀਂ ਫੋਨ, ਮਤਲਬ ਇਦਾਂ ਵੀ ਸਮਝ ਸਕਦੇ ਹੋ ਕਿ ਜਸਟ ਐਟ ਦ ਕਾਲ, ਇੱਕ ਵਾਰੀ ਫੋਨ ਤੇ ਹੀ ਤੁਸੀਂ, ਮਤਲਬ ਕਿ ਕਹਿਣ ਦਾ ਮਤਲਬ ਜਸਟ ਸਮਝਾਉਣ ਦਾ, ਰਾਈਟ। ਸੋ that is the first instrument। ਦੂਜਾ ਕੀ ਹੈ? ਨੋਟਿਸ ਮਨੀ। ਹੁਣ 1 ਦਿਨ ਤੋਂ ਅੱਗੇ ਵਧ ਰਹੇ ਹਾਂ, 2 ਦਿਨ ਤੋਂ ਲੈ ਕੇ 14 ਦਿਨ, ਜੇ ਮੰਨ ਲਓ 2 days but not more than 14 days, ਇੰਨੇ ਟਾਈਮ ਲਈ ਤੁਸੀਂ ਬੋਰੋ ਜਾਂ ਫਿਰ ਲੈਂਡ ਕਰ ਰਹੇ ਹੋ, ਤੇ ਉਹਨੂੰ ਕੀ ਕਹਿੰਦੇ ਆ? ਨੋਟਿਸ ਮਨੀ। ਦੈਨ ਲਾਸਟ ਇਜ਼ ਟਰਮ ਮਨੀ, ਜਿੱਦਾਂ ਕਿ 14 days ਤੋਂ ਜ਼ਿਆਦਾ
बट ये देखो 1 साल तो ज्यादा नहीं हो सकता, क्यों? क्योंकि मनी मार्केट की गल है, ते दैट विल बी टर्म मनी. So these are the instruments of money market. I hope this is clear. Moving to last question for the day. हाँ जी, consider the following statements. पहली, repo rate influences aggregate demand. ਤੇ ਦੂਜੀ, increase in reverse repo will promote inflation in the economy. Which of the above statements is or are correct? ਤੇ ਇੱਥੇ ਕਿਹੜੀ ਸਟੇਟਮੈਂਟ ਜਿਹੜੀ ਉਹ ਸਹੀ ਹੈ ਤੁਸੀਂ ਦੱਸਣਾ ਹੈ. ਚਲੋ ਡਿਸਕਸ ਕਰਦੇ ਹਾਂ. ਜਿਹੜੀ ਪਹਿਲੀ ਹੈ ਉਹ ਬਿਲਕੁਲ ਸਹੀ ਹੈ ਕਿ ਜੇ ਅਸੀਂ ਰੈਪੋ ਰੇਟ ਜਿਹੜਾ ਹੈ ਉਹਨੂੰ ਆਰਬੀਆਈ ਇਨਕਰੀਜ਼ ਕਰਦਾ ਹੈ ਤੇ ਇਹਦਾ ਮਤਲਬ ਕੀ ਹੈ ਕਿ ਬੈਂਕਸ ਦਾ ਜਿਹੜਾ ਬੈਂਕਸ ਨੂੰ ਜਿਹੜੇ ਇੰਟਰਸਟ ਤੇ ਲੋਨ ਮਿਲ ਰਿਹਾ ਉਹ ਇਨਕਰੀਜ਼ ਹੋ ਗਿਆ. ਜੇ ਉਹ ਇਨਕਰੀਜ਼ ਹੋ ਗਿਆ ਇਹਦਾ ਮਤਲਬ ਕਿ ਮਨੀ ਸਪਲਾਈ ਜਿਹੜਾ ਹੈ ਉਹ ਵੀ ਅੱਗੇ ਕੀ ਹੋਏਗਾ, ਇਨਫਲੂਐਂਸ ਹੋਏਗਾ ਤੇ ਐਗਰੀਗੇਟ ਡਿਮਾਂਡ ਜਿਹੜੀ ਹੈ ਲੋਕਾਂ ਦੀ ਉਹਦੇ ਨਾਲ ਉਹ ਵੀ ਇਨਫਲੂਐਂਸ ਹੋਏਗੀ. ਤੇ ਪਹਿਲੀ ਜਿਹੜੀ ਉਹ ਕਰੈਕਟ ਹੈ. ਦੂਜੀ ਜਿਹੜੀ ਹੈ ਉਹ ਇਨਕਰੈਕਟ ਹੈ. ਕਿਉਂ ਇਨਕਰੈਕਟ ਹੈ? ਕਿਉਂਕਿ ਦੇਖੋ ਰਿਵਰਸ ਰੈਪੋ ਕਿਹੜਾ ਰੇਟ ਹੈ. ਜੇ ਮੰਨ ਲਓ ਅਸੀਂ ਇੱਥੇ ਇੱਕ ਐਗਜ਼ਾਮਪਲ ਲਈਏ ਕਿ ਇੱਕ ਰਿਜ਼ਰਵ ਬੈਂਕ ਹੋ ਗਿਆ, ਇੱਥੇ ਇੱਕ ਕੋਈ ਕਮਰਸ਼ੀਅਲ ਬੈਂਕ ਹੋ ਗਿਆ ਜਿੱਦਾਂ ਕਿ ਸਟੇਟ ਬੈਂਕ ਆਫ ਇੰਡੀਆ. ਜੇ ਮੰਨ ਲਓ ਸਟੇਟ ਬੈਂਕ ਆਫ ਇੰਡੀਆ ਰਿਜ਼ਰਵ ਬੈਂਕ ਆਫ ਇੰਡੀਆ ਵਿੱਚ ਆਪਣਾ ਕੋਈ ਪੈਸਾ ਡਿਪੋਜ਼ਿਟ ਕਰਦਾ ਹੈ ਕਿ ਇੱਥੇ ਕੀ ਹੋ ਰਿਹਾ, SBI ਆਪਣੀ ਕੋਈ ਮਨੀ ਡਿਪੋਜ਼ਿਟ ਕਰ ਰਿਹਾ RBI ਵਿੱਚ ਤੇ ਉਹਦੇ ਲਈ RBI ਸਟੇਟ ਬੈਂਕ ਨੂੰ ਕੁਝ ਨਾ ਕੁਝ ਇੰਟਰਸਟ ਦੇਗਾ, ਕੋਈ ਰੇਟ ਆਫ ਇੰਟਰਸਟ ਦੇਗਾ ਇੱਥੇ. ਤੇ ਜਿਹੜਾ ਉਹ ਰੇਟ ਆਫ ਇੰਟਰਸਟ ਹੈ ਉਹਨੂੰ ਕੀ ਕਹਿੰਦੇ ਆ ਅਸੀਂ, ਰਿਵਰਸ ਰੈਪੋ. ਇੰਨੀ ਚੀਜ਼ ਆਈ ਹੋਪ ਕਲੀਅਰ ਹੈ. ਅੱਗੇ ਦੇਖੋ ਕਿ ਜੇ ਸਟੇਟ ਬੈਂਕ ਨੇ ਕੋਈ ਪੈਸਾ ਇੱਥੇ ਪਾਰਕ ਕੀਤਾ, ਕੋਈ ਪੈਸਾ ਜਮਾ ਕੀਤਾ RBI ਵਿੱਚ, ਉਹਦੇ ਲਈ ਰਿਜ਼ਰਵ ਬੈਂਕ ਸਟੇਟ ਬੈਂਕ ਨੂੰ ਕੀ ਦੇਗਾ, ਇੰਟਰਸਟ ਦੇਗਾ, ਜਿਹਨੂੰ ਅਸੀਂ ਕਹਿ ਰਹੇ ਹਾਂ ਰਿਵਰਸ ਰੈਪੋ. ਹੁਣ ਜੇ ਰਿਵਰਸ ਰੈਪੋ ਇਨਕਰੀਜ਼ ਕਰਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ, ਮਤਲਬ ਕਿ ਪਹਿਲਾਂ ਜੇ ਸਟੇਟ ਬੈਂਕ ਇੱਥੇ RBI ਚ ਪੈਸਾ ਰੱਖ ਰਿਹਾ ਤੇ ਉਹਨੂੰ 5% ਇੰਟਰਸਟ ਮਿਲ ਰਿਹਾ ਸੀ. ਹੁਣ ਰਿਜ਼ਰਵ ਬੈਂਕ ਕਹਿ ਰਿਹਾ ਕਿ ਤੁਸੀਂ ਜੇ ਸਾਨੂੰ ਪੈਸਾ ਉਧਾਰ ਦਿਓਗੇ ਤੇ ਅਸੀਂ 10% ਇੰਟਰਸਟ ਦੇਵਾਂਗੇ. ਤੇ ਹੁਣ ਕੀ ਹੈ, ਰੈਪੋ ਰੇਟ ਜਿਹੜਾ ਹੈ 5 ਤੋਂ ਇਨਕਰੀਜ਼ ਕਰਕੇ ਕਿੰਨਾ ਕਰਤਾ, 10% ਕਰਤਾ. ਤੇ ਹੁਣ ਸਟੇਟ ਬੈਂਕ ਨੂੰ ਇੱਕ ਜ਼ਿਆਦਾ ਇਨਸੈਂਟਿਵ ਹੈ ਕਿ ਉਹ ਪੈਸਾ ਕਿੱਥੇ ਰੱਖੇ, ਰਿਜ਼ਰਵ ਬੈਂਕ ਕੋਲ ਰੱਖੇ. ਤੇ ਜੇ SBI ਜ਼ਿਆਦਾ ਪੈਸਾ RBI ਦੇ ਵਿੱਚ ਰੱਖੇਗਾ ਤੇ ਇਹਦੇ ਲਈ ਮਤਲਬ ਕਿ ਜਿਹੜਾ ਪੈਸਾ ਇਹ ਸਟੇਟ ਬੈਂਕ ਲੋਕਾਂ ਨੂੰ ਕ੍ਰੈਡਿਟ ਜਾਂ ਫਿਰ ਲੋਕਾਂ ਨੂੰ ਲੋਨ ਦੇਣ ਲਈ ਇਸਤੇਮਾਲ ਕਰ ਸਕਦਾ ਹੈ, this will reduce. ਜੇ ਇਹ ਰਿਡਿਊਸ ਹੋਇਆ ਇਹਦੇ ਨਾਲ ਕੀ ਹੋਏਗਾ, ਜਿਹੜਾ ਲੋਕ ਨੇ, ਜਿਹੜੇ ਪੀਪਲ ਨੇ, ਉਹਨਾਂ ਦੇ ਹੱਥ ਵਿੱਚ ਜਿਹੜਾ ਪੈਸਾ ਹੈ, ਲਿਕੁਇਡਿਟੀ ਵਿਲ ਆਲਸੋ ਰਿਡਿਊਸ. ਤੇ ਜੇ ਲਿਕੁਇਡਿਟੀ ਰਿਡਿਊਸ ਹੋਏਗੀ ਇਹਦੇ ਨਾਲ ਕੀ ਹੋਏਗਾ, ਇਨਫਲੇਸ਼ਨ ਜਿਹੜਾ ਹੈ that will also reduce. ਕਿਉਂਕਿ ਅਸੀਂ ਦੇਖਿਆ ਕਿ ਸਪਲਾਈ ਜਿਹੜੀ ਹੈ ਮਨੀ ਦੀ ਉਹ ਘਟ ਗਈ, ਲਿਕੁਇਡਿਟੀ ਘਟ ਗਈ, ਲੋਕਾਂ ਦੇ ਹੱਥਾਂ 'ਚ ਹੁਣ ਘੱਟ ਪੈਸਾ ਹੈ ਤੇ ਉਹ ਡਿਮਾਂਡ ਘੱਟ ਕਰਨਗੇ, ਇਨਫਲੇਸ਼ਨ ਵਿਲ ਰਿਡਿਊਸ. ਸੋ ਦ ਸੈਕੰਡ ਸਟੇਟਮੈਂਟ ਵਿਲ ਬੀ ਆਪੋਜ਼ਿਟ ਕਿ ਇਨਕਰੀਜ਼ ਇਨ ਰਿਵਰਸ ਰੈਪੋ ਵਿਲ not promote, it will reduce inflation. ਤੁਹਾਡਾ ਆਨਸਰ ਕੀ ਹੋ ਜਾਏਗਾ, A, that is only first is correct ਪੁੱਛੀ ਸੀ, ਰਾਈਟ. ਸੋ ਰੈਪੋ ਕੀ ਹੈ ਕਿ ਉਹ ਰੇਟ ਹੈ ਰੈਪੋ. ਜੇ ਅਸੀਂ ਉਹੀ ਐਗਜ਼ਾਮਪਲ ਲਈਏ ਕਿ ਇੱਥੇ ਤੁਹਾਡਾ ਕੀ ਹੈ, ਰਿਜ਼ਰਵ ਬੈਂਕ ਆਫ ਇੰਡੀਆ, ਇੱਥੇ ਫਿਰ ਮੰਨ ਲਓ ਇੱਥੇ ਪੰਜਾਬ ਨੈਸ਼ਨਲ ਬੈਂਕ, ਮੰਨ ਲਓ PNB ਇੱਥੇ, ਤੇ RBI ਜਦੋਂ ਵਿਲਿੰਗ ਹੈ ਟੂ ਲੈਂਡ ਸ਼ਾਰਟ ਟਰਮ ਲੋਨ, ਮਤਲਬ ਕਿ ਰੈਪੋ ਵਿੱਚ ਕੀ ਹੋ ਰਿਹਾ, RBI ਜਿਹੜਾ ਹੈ ਬੈਂਕ ਨੂੰ ਲੋਨ ਦੇ ਰਿਹਾ ਹੈ ਤੇ ਉਹਦੇ ਲਈ PNB ਕੁਝ ਇੰਟਰਸਟ ਜਿਹੜਾ ਹੈ, ਰੇਟ ਆਫ ਇੰਟਰਸਟ ਤੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇੰਟਰਸਟ ਦੇਗਾ. ਇਹਨੂੰ ਅਸੀਂ ਕਹਿੰਦੇ ਆ ਰੈਪੋ. ਤੇ ਜੇ RBI ਮੰਨ ਲਓ ਇੱਥੇ ਜਿਹੜਾ ਜਿਹਨੂੰ ਅਸੀਂ ਰੈਪੋ ਕਹਿ ਰਹੇ ਹਾਂ, ਰੈਪੋ ਰੇਟ ਕਹਿ ਰਹੇ ਹਾਂ, ਤੇ ਜੇ ਰੈਪੋ ਰੇਟ ਇਨਕਰੀਜ਼ ਕਰੇਗਾ ਤੇ ਕੀ ਹੋਏਗਾ, ਰੈਪੋ ਰੇਟ ਇਨਕਰੀਜ਼ ਕਰਨ ਦਾ ਮਤਲਬ ਕਿ ਲੋਨ ਲੈਣਾ ਮਹਿੰਗਾ, ਠੀਕ ਹੈ. ਜੇ ਅਸੀਂ ਇਨਕਰੀਜ਼ ਕਰ ਦਿੱਤਾ ਅਸੀਂ ਰੈਪੋ ਰੇਟ ਨੂੰ, ਇਟ ਮੀਨਸ ਬੋਰੋਇੰਗ ਵਿਲ ਬੀ ਐਕਸਪੈਂਸਿਵ ਫॉर ਕਮਰਸ਼ੀਅਲ ਬੈਂਕਸ. ਤੇ ਜੇ ਅਸੀਂ ਬੋਰੋਇੰਗ ਐਕਸਪੈਂਸਿਵ ਕਰ ਦਈਏ ਇਹਦਾ ਮਤਲਬ ਕਿ ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਕੀ ਕਰ ਰਹੇ ਹਾਂ, ਲਿਕੁਇਡਿਟੀ ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਰਾਈਟ. ਸੋ ਇਨਕਰੀਜ਼ਿੰਗ ਦ ਰੈਪੋ ਰੇਟ ਦਾ ਮਤਲਬ ਕੀ ਹੋ ਜਾਏਗਾ, ਇਟ ਵਿਲ ਮੇਕ ਬੋਰੋਇੰਗ ਮੋਰ ਐਕਸਪੈਂਸਿਵ ਫॉर ਕਮਰਸ਼ੀਅਲ ਬੈਂਕਸ. ਤੇ ਜੇ ਕਮਰਸ਼ੀਅਲ ਬੈਂਕਸ ਲਈ ਇੱਥੋਂ ਪੈਸਾ ਚੁੱਕਣਾ ਮਹਿੰਗਾ ਹੋ ਜਾਏਗਾ, ਇਹ ਅੱਗੇ ਜਦੋਂ ਲੋਨ ਦੇਣਗੇ ਕਿਹਨੂੰ, ਇਹ ਅੱਗੇ ਕਿਹਨੂੰ ਲੋਨ ਦੇ ਰਹੇ ਨੇ, ਅੱਗੇ ਕਿਸੇ ਵੀ ਕਸਟਮਰ ਨੂੰ ਜਾਂ ਫਿਰ ਆਪਣੇ ਕਿਸੇ ਕੰਜ਼ਿਊਮਰ ਨੂੰ ਜਾਂ ਕਹ ਲਓ ਕਸਟਮਰ ਨੂੰ ਲੋਨ ਦੇ ਰਹੇ ਨੇ, ਤੇ ਉਹ ਲੋਨ ਵੀ ਇਹ ਉਹਦੀ ਰੇਟ ਆਫ ਇੰਟਰਸਟ ਨੂੰ ਵੀ ਇਨਕਰੀਜ਼ ਕਰਨਗੇ. ਤੇ ਜੇ ਇਹ ਕਸਟਮਰ ਲਈ ਰੇਟ ਆਫ ਇੰਟਰਸਟ ਇਨਕਰੀਜ਼ ਹੋਏਗਾ ਲੋਨ ਦਾ, ਤੇ ਕਸਟਮਰ ਜਿਹੜਾ ਹੈ ਘੱਟ ਲੋਨ ਲਏਗਾ ਜਾਂ ਫਿਰ ਦੇ ਵਿਲ ਗੋ ਫॉर ਹੈਵਿੰਗ ਲੈਸ ਲੋਨਸ. ਇਹਦਾ ਮਤਲਬ ਕਿ ਸਪਲਾਈ ਆਫ ਮਨੀ ਜਾਂ ਫਿਰ ਲਿਕੁਇਡਿਟੀ ਜਿਹੜੀ ਹੈ ਉਹ ਰਿਡਿਊਸ ਹੋ ਗਈ. ਤੇ ਜੇ ਲਿਕੁਇਡਿਟੀ ਰਿਡਿਊਸ ਹੋ ਗਈ ਅਸੀਂ ਇਨਫਲੇਸ਼ਨ ਨੂੰ ਵੀ फाइट कर सकते हैं या फिर रिड्यूस कर सकते हैं, राइट. सो दैट इज क्वेश्चन नंबर 10 फॉर द लास्ट क्वेश्चन फॉर द डे. 10वां क्वेश्चन रेपो रेट रिवर्स रेपो रेट में एक्सप्लेन ऑलरेडी करता है, तो आई होप ਤੁਹਾਨੂੰ ਸਾਰੇ क्वेश्चन ਜਿਹੜੇ ਨੇ ਇੱਥੇ क्लियर ਨੇ.
ਸੋ ਮਿਲਾਂਗੇ ਅਗਲੇ ਇਦਾਂ ਦੇ ਇੱਕ ਵੀਡੀਓ ਵਿੱਚ। ਤੁਸੀਂ ਦੇਖ ਸਕਦੇ ਹੋ ਪੇਡ ਤੇ ਫ੍ਰੀ ਇਨੀਸ਼ੀਏਟਿਵਸ ਮੇਰੇ ਪਿੱਛੇ ਸਕਰੀਨ ਤੇ, ਜਿਹੜਾ ਪੰਜਾਬ ਸਕਸੈਸ ਮੰਤਰ ਤੁਹਾਡੇ ਲਈ ਰਨ ਕਰ ਰਿਹਾ YouTube ਚੈਨਲ ਤੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਤੁਸੀਂ ਧਿਆਨ ਰੱਖੋ ਆਪਣੀ ਸਿਹਤ ਦਾ, ਪੜ੍ਹਦੇ ਰਹੋ, ਵਧੀਆ ਤਰੀਕੇ ਨਾਲ ਰਿਵੀਜ਼ਨ ਕਰਦੇ ਰਹੋ ਤੇ ਅਸੀਂ ਮਿਲਾਂਗੇ ਦੁਬਾਰਾ। ਅੰਟਿਲ ਦੈਨ, ਜੈ ਹਿੰਦ, ਸਟੱਡੀ ਵੈਲ, ਸਟੇ ਸੇਫ ਐਂਡ ਬਾਏ ਬਾਏ।